पौड़ी। जित सेवै सुख पाईਐ, सो साहिब सदा संभालीਐ। जित कीता पाईਐ आपना, सा काल बुरी क्यों कालीਐ। मंदा मूल न कीचई, दे लम्मी नदर निहालीਐ। ज्यों साहिब नाल नहारीਐ, ते वेहा पासा ढालीਐ। किछ लाहे उपर घालीਐ, किछ लाहे उपर घालीਐ। वाहिगुरु जी का खालसा, वाहिगुरु जी की फतेह। जुग हो जुगे अटल, छतर चवर तख्त दे मालिक, सतगुरां दी पावन पवित्र हजूरी विच जुड़ बैठे सत संगी जनों, लड़ीवार चल रही आसा जी दी वार पावन बाणी दी शब्द विचार। इसे बाणी दी 21ਵੀਂ पौड़ी आप जी ने हुणे श्रवण कीती है। गुरु नानक साहब सतगुरां दी मुबारक रसना तो उचारण कीती हुई ये पौड़ी है कि बख्शिशां बख्शियां हन सतगुरां ने। ये अज आपां इस पौड़ी दे जरिए विचारण दा यतन करना है। सतगुरु रहमत करन, आप जी ने किरपा करनी। विचारां दी आरंभता तो पहलां अपनियां मनोवृत्तियां नूं करो इकागर, रसना नूं करो पवित्र, करो गुरफतेह दी सांझ। वाहिगुरु जी का खालसा, वाहिगुरु जी की फतेह। अज दा ये पावन सलोक साहब सच्चे पातशाह गुरु नानक साहब सतगुरां ने इस पावन सलोक दे अंदर जिस वेले आख्या कि भाई वो परमात्मा, जिस परमात्मा दियां रहमतां, जिस परमात्मा दियां बख्शिशां, जिस परमात्मा दियां वडियाइयां, जित सेवै सुख पाईਐ। जिस परमात्मा की सेवा कीतियां, जिस परमात्मा की भगती कीतियां, जिहदी बंदगी विच जुड़िया सुख मिलता है, या जिस परमात्मा दीयां रहमतां दे नाल ये सारियां बरकतां, ये सारियां बख्शिशां मिलदियां हन, ऐ भाई उस परमात्मा नूं संभाल। संभाल दा अर्थ है कि उस वाहिगुरु, उस परमात्मा दे नाल जुड़, उहदी भगती दे अंदर लग। सो साहिब सदा संभालीए दे एक अर्थ ये भी कीते जाते ने, या मैं कहां कि ये गल नहीं कि जिहदे कोलों सारा कुछ मिलता है या जिहदे कोलों सारा कुछ मंगते हैं उहदे कोलों मूँह पासे करके बह जाइए तो गल बनती नहीं ना। जिहदे कोलों सुख मिलने हैं, जिहदे कोलों दातां मिलनियां ने, उस परमात्मा की सेवा ना करिए, संभाल ना करिए, उहदी बंदगी विच ना जुड़िए, उहदा शुकराना ना करिए। जित सेवै सुख पाईਐ, सो साहिब सदा संभालीਐ। सदा ये नहीं कि जिन्नी देर सुख मिलते ने उन्नी देर वो परमात्मा चित्त दे अंदर रवे। पातशाह ने आख्या नहीं, उन्नी देर नहीं। वो परमात्मा, वो वाहिगुरु हमेशा तेरे चित्त दे अंदर रवे।
ਉਤੇ ਊਠਤ ਬੈਠਤ ਸੋਵਤ ਧਿਆਈਐ, ਉੱਠਦਿਆਂ ਵੀ, ਬਹਿੰਦਿਆਂ ਵੀ, ਸੌਂਦਿਆਂ ਵੀ, ਜਾਗਦਿਆਂ ਵੀ, ਚੱਲਦਿਆਂ ਫਿਰਦਿਆਂ ਹਮੇਸ਼ਾ ਸੰਭਾਲ ਜਪ, ਉਹਦੀ ਬੰਦਗੀ ਕਰ ਹਰ ਵੇਲੇ ਹਰ ਘੜੀ। ਜਿਤ ਸੇਵਿਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਕਿਉਂਕਿ ਬਾਣੀ ਦੇ ਅੰਦਰਲੇ ਜਦੋਂ ਬਚਨ ਪੜ੍ਹਦੇ ਆ ਨਾ, ਤੇ ਗੁਰਦੇਵ ਪਾਤਸ਼ਾਹ ਜੀ ਨੇ ਆਖਿਆ ਭਾਈ ਉਹ ਜਿਹੜਾ ਪਰਮਾਤਮਾ ਹੈ ਨਾ, ਉਹ ਵਾਹਿਗੁਰੂ ਜਿਹੜਾ ਹੈ, ਜਿਹਦੀ ਬੰਦਗੀ ਕਰਨੀ ਹੈ, ਜਿਹਦੇ ਨਾਮ ਨਾਲ ਜੁੜਨਾ ਹੈ, ਉਹਨੂੰ ਧਿਆਉਣਾ ਕਿਵੇਂ ਆ, ਉਹਨੂੰ ਜਪਣਾ ਕਿਵੇਂ ਆ। ਇਹ ਕਿਉਂਕਿ ਨਾ ਇੱਕ ਵਹਿਮ ਸਾਡੇ ਅੰਦਰ ਆ ਗਿਆ, ਜਾਂ ਅਸੀਂ ਆਪਣੇ ਅੰਦਰ ਪੈਦਾ ਕਰ ਲਿਆ। ਮੈਂ ਕਹਾਂ ਆਪਣੇ ਅੰਦਰ ਇਹ ਵਹਿਮ ਅਸੀਂ ਪੈਦਾ ਕਰ ਲਿਆ। ਕਿਹੜਾ ਵਹਿਮ? ਕਿ ਜੀ ਕੰਮਕਾਰ ਕਰਦੇ ਆ ਪਰਮਾਤਮਾ ਕਿਵੇਂ ਜਪਿਆ ਜਾਏਗਾ। ਸਦਾ ਸੰਭਾਲੀਆ ਸ਼ਬਦ ਹੈ, ਸਦਾ ਹਰ ਵੇਲੇ ਹਰ ਘੜੀ ਕਿਵੇਂ ਜਪਿਆ ਜਾਏਗਾ। ਭਾਵੇਂ ਗੁਰੂ ਸਾਹਿਬ ਦੇ ਇਹ ਪਾਵਨ ਬਚਨ ਅਸੀਂ ਪੜ੍ਹਦੇ ਹਾਂ ਕਿ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਕਿ ਹੱਥ ਪੈਰਾਂ ਦੇ ਨਾਲ ਅਸੀਂ ਕੰਮਕਾਰ ਕਰਦੇ ਹਾਂ। ਹਾਥ ਪਾਉ ਕਰ ਕਾਮ ਸਭ, ਹੱਥ ਪੈਰ ਕੰਮਕਾਰ ਕਰਦੇ ਹਾਂ, ਚਿੱਤ ਦੇ ਅੰਦਰ ਤੇਰੇ ਨਿਰੰਜਨ ਹੋਣਾ ਚਾਹੀਦਾ ਹੈ। ਸਾਹਿਬ ਸਦਾ ਸੰਭਾਲੀ ਹੈ, ਸਦਾ। ਇੱਕ ਸ਼ਬਦ ਬੜੇ ਕਮਾਲ ਦਾ ਹੈ ਪਾਵਨ ਬਾਣੀ ਦਾ, ਉਹਦੇ ਅੰਦਰ ਉਦਾਹਰਨਾਂ ਐਗਜ਼ੈਂਪਲਸ ਦਿੱਤੀਆਂ ਗਈਆਂ ਕਿ ਕਿਵੇਂ ਹਾਥ ਪਾਉ ਕਰ ਕਾਮ ਸਭ, ਵੀ ਕੰਮ ਕਾਰ ਕਰਦਿਆਂ ਕਿਵੇਂ ਉਸ ਪਰਮਾਤਮਾ ਨੂੰ ਸਿਮਰਨਾ ਹੈ, ਚਿਤਵਨਾ ਹੈ, ਜਪਣਾ ਹੈ। ਤੇ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਪਹਿਲੀ ਉਦਾਹਰਨ ਦਿੱਤੀ ਨਾ, ਉਹਦੇ ਅੰਦਰ ਕਹਿੰਦੇ ਇੱਕ ਬੱਚਾ ਉਹ ਪਤੰਗ ਉਡਾਉਣ ਲੱਗ ਪਿਆ। ਪਤੰਗ ਉਡਾ ਰਿਹਾ ਹੈ, ਪਤੰਗ ਤੇ ਆਕਾਸ਼ ਵਿੱਚ ਬੜਾ ਉੱਪਰ ਚਲਾ ਗਿਆ, ਤੇ ਬੱਚੇ ਦੇ ਹੱਥ ਵਿੱਚ ਕੀ ਹੈ? ਡੋਰ ਰਹਿ ਗਈ, ਇਕੱਲੀ ਡੋਰ ਹੈ ਉਹਦੇ ਹੱਥ ਵਿੱਚ। ਹੁਣ ਬੜੀ ਆਮ ਜੀ ਗੱਲ ਹੈ, ਜਦੋਂ ਪਤੰਗ ਉਡਾਉਂਦੇ ਸਨ ਨਾ ਬਚਪਨ ਦੇ ਅੰਦਰ, ਤੇ 4-5 ਬੱਚੇ ਆਸੇ-ਪਾਸੇ ਖੜ੍ਹੇ ਹੁੰਦੇ ਸੀ ਨਾਲ। ਪਤਾ ਗੁਰੂ ਸਾਹਿਬ ਨੇ ਕੀ ਆਖਿਆ? ਕਹਿੰਦੇ ਵੇਖੋ ਬੱਚਾ ਜਿਹੜਾ ਹੈ ਨਾ ਪਤੰਗ ਉਡਾ ਰਿਹਾ ਹੈ, ਪਤੰਗ ਉਹਦੇ ਤੋਂ ਬਹੁਤ ਦੂਰ ਹੈ, ਉਹਦੇ ਹੱਥ ਵਿੱਚ ਸਿਰਫ ਡੋਰ ਹੈ। ਹੁਣ ਉਹ ਜਿਹੜੇ ਬੱਚੇ ਨੇ ਨਾ, ਉਹਨਾਂ ਬੱਚਿਆਂ ਦੇ ਨਾਲ ਉਹ ਗੱਲਾਂ ਬਾਤਾਂ ਵੀ ਕਰ ਰਿਹਾ। ਵੇਖੋ ਉਹਨਾਂ ਨਾਲ ਬਾਤਾਂ ਵੀ ਕਰ ਰਿਹਾ ਹੈ, ਗੱਲਾਂ ਵੀ ਕਰ ਰਿਹਾ ਹੈ, ਪਰ ਸੱਚੇ ਪਾਤਸ਼ਾਹ ਜੀ ਨੇ ਆਖਿਆ ਉਹਦਾ ਧਿਆਨ ਜਿਹੜਾ, ਉਹਦੀ ਸੁਰਤੀ ਜਿਹੜੀ ਹੈ ਨਾ, ਉਹ ਉਸ ਡੋਰ ਦੇ ਅੰਦਰ ਹੈ। ਗੱਲਾਂ ਬਾਤਾਂ ਹੱਥ ਇਹ ਕਿਵੇਂ ਕਰਨਾ ਹੈ? ਹਾਥ ਪਾਉ ਕਰ ਕੰਮ ਸਭ ਚੀਤ, ਚਿੱਤ ਵਿੱਚ ਨਿਰੰਜਨ ਕਿਵੇਂ ਆਉਣਾ ਚਾਹੀਦਾ ਹੈ? ਗੁਰਦੇਵ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਆਨੀਲੇ ਕਾਗਦ ਕਾਟੀਲੇ ਗੂਢੀ, ਗੂਢੀ ਗੁੱਡੀ ਪਤੰਗ, ਗੁੱਡਾ ਕਹਿੰਦੇ ਸਾਂ ਅਸੀਂ, ਮੈਨੂੰ ਯਾਦ ਹੈ ਅੱਜ ਵੀ ਅਸੀਂ ਗੁੱਡਾ ਕਹਿੰਦੇ ਹੁੰਦੇ ਸੀ। ਪਤੰਗ ਸ਼ਬਦ ਤੇ ਸਾਨੂੰ ਬਹੁਤ ਬਾਅਦ ਵਿੱਚ ਪਤਾ ਲੱਗਾ, ਪਤੰਗ ਸ਼ਬਦ ਵੈਸੇ ਵੀ ਹਿੰਦੀ ਦਾ ਹੈ। ਆ ਨੀਲੇ ਅੰਮ੍ਰਿਤਸਰ ਵਾਲੇ ਪਾਸੇ ਅੱਜ ਵੀ ਗੁੱਡੀ ਕਹਿੰਦੇ ਨੇ। ਗੁੱਡ ਕੀ ਕਰਨ ਲੱਗਾ? ਗੁੱਡੀ ਡਾਉਣਾ ਪਿਆ ਮੈਂ। ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਆਨੀਲੇ ਕਾਗਦ ਕਾਟੀਲੇ ਗੂਢੀ, ਆਕਾਸ਼ ਮੱਧੇ ਭਰਮੀ ਅਲੇ, ਪੰਚ ਜਨਾ ਸਿਓ ਬਾਤ ਬਤਊਆ, ਚੀਤ ਸੋ ਡੋਰੀ ਰਾਖੀ ਅਲੇ। ਉਹ ਬੱਚਾ 5 ਬੱਚਿਆਂ ਨਾਲ ਗੱਲਾਂ ਵੀ ਕਰਦਾ ਹੈ, ਪਰ ਪਤੰਗ ਕਦੇ ਡਿੱਗਣ ਦਿੰਦਾ? ਗੱਲਾਂ ਬਾਤਾਂ ਕਰਦਿਆਂ ਕਦੇ ਬੱਚੇ ਨੇ ਪਤੰਗ ਡਿੱਗਣ ਦਿੱਤਾ? ਨਹੀਂ, ਕਿਉਂਕਿ ਉਹਦਾ ਚਿੱਤ ਜਿਹੜਾ ਉਸ ਡੋਰ ਦੇ ਅੰਦਰ ਹੈ। ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਣਕ ਕਲਾ ਚਿਤ ਮਾਂਡੀ ਅਲੇ ਰਹਾਓ। ਸੱਚੇ ਪਾਤਸ਼ਾਹ ਨੇ ਆਖਿਆ ਐਵੇਂ ਪਰਮਾਤਮਾ ਦਾ ਨਾਮ ਜਪ, ਇਸ ਤਰ੍ਹਾਂ ਕਿ ਤੇਰਾ ਚਿੱਤ ਜਿਹੜਾ ਹੈ ਨਾ ਕੰਮਕਾਰ ਕਰਦਿਆਂ ਉਸ ਪਰਮਾਤਮਾ ਦੇ ਨਾਮ ਵਿੱਚ ਜੁੜਿਆ ਰਹੇ। ਤਾਂ ਹੀ ਸਾਨੂੰ ਕਿਹਾ ਉਠਤ ਬੈਠਤ ਸੋਵਤ ਧਿਆਈਐ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਚੱਲਦਿਆਂ ਫਿਰਦਿਆਂ ਹਰ ਵੇਲੇ ਤੇਰੀ ਰਸਨਾ ਤੋਂ ਵਾਹਿਗੁਰੂ ਸ਼ਬਦ ਨਿਕਲੇ। ਸੋ ਸਾਹਿਬ ਸਦਾ ਸੰਭਾਲੀ ਹੈ, ਸਦਾ। ਹਾਂ ਇਹ ਸਾਡੇ ਲਈ ਜ਼ਰੂਰੀ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਅਸੀਂ ਨਿਤਨੇਮ ਸਾਡੇ ਲਈ ਕੰਪਲਸਰੀ ਹੈ ਸਵੇਰ ਤੇ ਸ਼ਾਮ ਦਾ। ਪਰ ਗੁਰੂ ਸਾਹਿਬ ਨੇ ਕਦੇ ਨਹੀਂ ਆਖਿਆ ਕਿ ਨਿਤਨੇਮ ਤੂੰ ਕਰ ਲਿਆ ਤੇ ਤੇਰਾ ਛੁਟਕਾਰਾ ਹੋ ਗਿਆ, ਇਹ ਕਦੇ ਨਹੀਂ ਆਖਿਆ। ਉਹਨਾਂ ਆਖਿਆ ਕਿ ਜੇ ਤੂੰ ਨਿਤਨੇਮ ਕਰ ਲਿਆ ਨਾ ਤੇ ਇੱਕ ਗੱਲ ਫਿਰ ਸਮਝ, ਬਾਕੀ ਦਾ ਸਾਰਾ ਦਿਨ ਜਿਹੜਾ ਤੇਰਾ ਹੈ ਨਾ ਉਹ ਵੀ ਤੇਰੇ ਚਿੱਤ ਵਿੱਚ ਪਰਮਾਤਮਾ ਵੱਸਦਾ ਹੋਵੇ, ਉਹ ਵੀ ਤੇਰੇ ਅੰਦਰ ਪਰਮਾਤਮਾ। ਹੁਣ ਜਿਹੜੇ ਸਿੱਖੀ ਰੂਪ ਵਿੱਚ ਨੇ ਨਾ ਤੇ ਰੱਬ ਨੂੰ ਨਾ ਮੰਨਣ ਵਾਲੇ, ਉਹ ਕਹਿੰਦੇ ਨੇ ਨਾ ਤੇ ਅੰਮ੍ਰਿਤ ਵੇਲੇ ਉੱਠਣ ਦੀ ਲੋੜ ਏ, ਨਾ ਨਿਤਨੇਮ ਕਰਨ ਦੀ ਲੋੜ ਏ, ਤੇ ਉਹਨਾਂ ਫਿਰ ਚੀਤ ਨਿਰੰਜਨ ਨਾਲ ਹਰ ਵੇਲੇ ਚਿੱਤ ਦੇ ਅੰਦਰ ਪਰਮਾਤਮਾ ਨੂੰ ਚੇਤੇ ਕਰਨਾ ਕਿੱਥੇ ਕਹਿਣਾ ਉਹਨਾਂ ਨੇ। ਤੇ ਇੱਕ ਗੱਲ ਹੋਰ, ਇੱਕ ਬੇਨਤੀ ਕਰਦਾ ਜਾਵਾਂ
ਇਹ ਕੁਦਰਤੀ ਏ। ਧਰਮ ਦੇ ਅੰਦਰ ਲੋਕ ਸਹੂਲਤਾਂ ਭਾਲਦੇ ਨੇ, ਧਰਮ ਵਿੱਚ ਛੋਟ ਭਾਲਦੇ ਨੇ ਲੋਕ, ਅਤੇ ਜਿਹੜਾ ਧਰਮ ਵਿੱਚ ਛੋਟ ਦਿੰਦਾ ਨਾ ਉਹਦੇ ਪਿੱਛੇ ਭੀੜ ਵੀ ਬੜੀ ਲੱਗੀ ਹੁੰਦੀ ਜੇ। ਜਿਹੜਾ ਧਰਮ ਵਿੱਚ ਤੁਹਾਨੂੰ ਛੋਟ ਦਿੰਦਾ ਹੈ, ਛੋਟ ਗਿਣ ਕੇ ਦੱਸਦਾ ਹੈ, ਪਰ ਧਰਮ ਦੇ ਅੰਦਰ ਕਦੇ ਕੋਈ ਛੋਟ ਨਹੀਂ ਹੁੰਦੀ। ਧਰਮ ਇਹੋ ਜਿਹੀ ਚੀਜ਼ ਹੈ, ਸਕੂਲ ਵਿੱਚ ਛੋਟ ਮਿਲ ਸਕਦੀ ਹੈ। ਸਕੂਲ ਕਹਿੰਦਾ ਹੈ ਕਿ ਜੇ ਤੂੰ ਬਿਮਾਰ ਹੈ ਅਤੇ ਅੱਜ ਤੂੰ ਛੁੱਟੀ ਕਰ ਸਕਦਾ ਹੈ, ਤੇਰੀ ਐਬਸੈਂਟ ਨਹੀਂ, ਤੇਰੀ ਲੀਵ ਲੱਗੇਗੀ। ਪ੍ਰੈਜ਼ੈਂਟ ਤਾਂ ਨਹੀਂ ਮੰਨਿਆ ਜਾਏਗਾ ਪਰ ਤੇਰੀ ਲੀਵ ਲੱਗੇਗੀ। ਪਰ ਧਰਮ ਕਹਿੰਦਾ ਹੈ ਭਾਵੇਂ ਤੂੰ ਬਿਮਾਰ ਹੈ, ਤੈਨੂੰ ਨਿਤਨੇਮ ਤੋਂ ਛੁਟਕਾਰਾ ਨਹੀਂ ਹੈ, ਬਿਲਕੁਲ ਨਹੀਂ ਹੈ। ਇਹ ਸੱਚਾਈ ਹੈ ਅਤੇ ਅਸਲੀਅਤ ਹੈ, ਅਸਲੀਅਤ ਹੈ। ਧਰਮ ਦੇ ਅੰਦਰ ਕੋਈ ਛੋਟ ਨਹੀਂ ਹੈ, ਅਤੇ ਜਿਹੜਾ ਛੋਟ ਦੇ ਰਿਹਾ ਹੈ ਉਹ ਧਰਮ, ਉਹ ਕਿਉਂਕਿ ਅਸੀਂ ਵੀ ਭਾਲਦੇ ਹਾਂ ਸਾਨੂੰ ਛੋਟ ਮਿਲੇ। ਅਸੀਂ ਤਾਂ ਉਹਦੇ ਕੋਲ ਜਾਵਾਂਗੇ ਜਿਹੜਾ ਕਹੇਗਾ ਵੀ ਨਹੀਂ ਅੰਮ੍ਰਿਤ ਵੇਲੇ ਉੱਠਣ ਦੀ ਗੱਲ ਲਿਖੀ ਨਹੀਂ ਗਈ। ਅਸੀਂ ਤਾਂ ਉਹਦੇ ਮਗਰ ਦੌੜਾਂਗੇ ਨਾ, ਜਿਹੜਾ ਕਹਿ ਰਿਹਾ ਹੈ ਨਾ ਅੰਮ੍ਰਿਤ ਵੇਲੇ ਉੱਠਣਾ, ਨਾ ਨਿਤਨੇਮ ਕਰਨ ਦੀ ਲੋੜ, ਬਾਣੀ ਦਿਲ ਕਰਦਾ ਹੈ ਅਤੇ ਬਾਣੀ ਪੜ੍ਹ ਲਓ, ਨਹੀਂ ਅਤੇ ਉਹ ਵੀ ਕੋਈ ਗੱਲ ਨਹੀਂ। ਪਾਤਸ਼ਾਹ ਨੇ ਆਖਿਆ ਇੱਦਾਂ ਨਹੀਂ ਹੈ। ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਉਸ ਪਰਮਾਤਮਾ ਨੂੰ ਸਦਾ ਚੇਤੇ ਦੇ ਅੰਦਰ ਰੱਖ, ਚਿੱਤ ਵਿੱਚ ਰੱਖ, ਉਹ ਵਿਸਰੇ ਨਾ। ਵਿਸਰਨਾ ਹੀ ਦਾਤਾਰ, ਇਹ ਮੰਗ ਉਹਦੇ ਕੋਲੋਂ ਆਪਣਾ ਨਾਮ ਦਿਓ, ਉਹ ਕਿਤੇ ਵਿਸਰ ਨਾ ਜਾਏ। ਉਹਦੇ ਨਾਮ ਨੂੰ ਮੰਗ ਲੈ ਉਹਦੇ ਕੋਲੋਂ, ਜਿਹੜਾ ਚਿੱਤ ਵਿੱਚ ਸਦਾ ਲਈ ਵਸ ਜਾਏ। ਤਾਂ ਹੀ ਪਾਤਸ਼ਾਹ ਜੀ ਨੇ ਆਖਿਆ ਆਨੀਲੇ ਕਾਗਦ ਕਾਟੀ ਲੈ ਗੂਢੀ, ਆਕਾਸ਼ ਮੱਧੇ ਭਰਮੀ ਅਲੇ, ਪੰਚ ਜਨਾਸਿਓ ਬਾਤ ਬਤਊਆ, ਚੀਤ ਸਡੋਰੀ ਰਾਖੀ ਅਲੇ, ਮਨ ਰਾਮ ਨਾਮਾ ਬੇਦੀ ਅਲੇ, ਜੈਸੇ ਕਨਿਕ ਕਲਾ ਚਿਤ ਮਾਂਡੀ ਅਲੇ। ਅੱਗੇ ਹੋਰ ਬੜੀਆਂ ਉਦਾਹਰਨਾਂ ਦਿੱਤੀਆਂ, ਮੈਂ ਛੋਟੀ ਜਿਹੀ ਬੇਨਤੀ ਕਰਕੇ ਫਿਰ ਇਸ ਪਾਸੇ ਆਵਾਂਗਾ। ਗੁਰੂ ਸਾਹਿਬ ਨੇ ਆਖਿਆ, ਕਹਿੰਦੇ ਪਹਿਲੇ ਸਮੇਂ ਵਿੱਚ ਪਾਣੀ ਲੈਣ ਔਰਤਾਂ ਬਾਹਰ ਜਾਂਦੀਆਂ ਸਨ। ਹੁਣ ਸਿਰ ਤੇ ਉੱਪਰ ਘੜਾ ਰੱਖ ਲਿਆ, ਗਈਆਂ ਪਾਣੀ ਭਰੇ ਘੜੇ ਦੇ ਅੰਦਰ, ਘੜਾ ਫਿਰ ਵਾਪਸ ਪਾਣੀ ਦਾ ਭਰ ਕੇ ਸਿਰ 'ਤੇ ਰੱਖ ਲਿਆ, ਅਤੇ ਔਰਤਾਂ ਇੱਕ ਦੂਜੇ ਨਾਲ ਗੱਲਾਂ ਕਰਦੀਆਂ ਆਉਂਦੀਆਂ ਨੇ। ਘੜਾ ਕਦੇ ਡਿੱਗਦਾ ਸੀ ਕਿਸੇ ਔਰਤ ਦਾ? ਦੱਸੋ, ਉਹਨੂੰ ਹੱਥ ਨਹੀਂ ਸੀ ਹੁੰਦਾ ਘੜੇ ਨੂੰ। ਬਿੰਨੂ ਸਿਰ 'ਤੇ ਰੱਖ ਕੇ ਉਹਦੇ ਉੱਪਰ ਘੜਾ ਰੱਖ ਲੈਣਾ, ਬਿਨਾਂ ਹੱਥ ਰੱਖਿਆਂ ਉਸ ਘੜੇ ਨੂੰ, ਬਿਨਾਂ ਸਹਾਰਾ ਦਿੱਤਿਆਂ ਘੜੇ ਨੂੰ ਵਾਪਸ ਘਰ ਤੱਕ ਲੈ ਕੇ ਆਉਣਾ। ਇੱਕ ਦੂਜੇ ਨਾਲ ਗੱਲਾਂ ਵੀ ਕਰਦੀਆਂ ਸਨ। ਅਤੇ ਮੇਰੇ ਬਾਦਸ਼ਾਹ ਨੇ ਆਖਿਆ ਇਸੇ ਤਰ੍ਹਾਂ, ਕਿਉਂਕਿ ਉਹਨਾਂ ਔਰਤਾਂ ਦਾ ਚਿੱਤ ਘੜੇ ਦੇ ਅੰਦਰ ਸੀ। ਸੁਰਤੀ, ਤੂੰ ਵੀ ਸੁਰਤੀ ਕੰਮ ਕਰਦਿਆਂ ਰੱਬ ਵਿੱਚ ਟਿਕਾ ਕੇ ਰੱਖ। ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ ਹਾਂ। ਇੱਕ ਮੈਂ ਹੋਰ ਬੇਨਤੀ ਕਰਾਂ, ਇਹ ਜਿਹੜੀ ਅੱਜ ਦੀ ਪੌੜੀ ਹੈ ਨਾ, ਇਹ ਪੌੜੀ ਸਾਡੇ ਲਈ ਇਤਿਹਾਸਿਕ ਪੌੜੀ ਵੀ ਹੈ, ਹਿਸਟੋਰੀਕਲ ਹੈ। ਇਹਦੇ ਨਾਲ ਇਤਿਹਾਸ ਦਾ ਸੰਬੰਧ ਹੈ। ਕਿਉਂਕਿ ਜਦੋਂ ਬਾਣੀ ਪੜ੍ਹਦੇ ਆ ਨਾ, ਬਾਣੀ ਨੂੰ ਪੜ੍ਹਨਾ ਅਤੇ ਬਾਣੀ ਨੂੰ ਸੁਣਨਾ, ਪੜ੍ਹਨ ਅਤੇ ਸੁਣਨ ਦਾ ਮਹਾਤਮ ਕਿੰਨਾ ਕੁ ਹੈ ਬਾਣੀ ਨੂੰ। ਜੇ ਇੱਕ ਮਨ ਨਾਲ ਪੜ੍ਹਦੇ ਹਾਂ ਜਾਂ ਇੱਕ ਮਨ ਨਾਲ ਇਸ ਬਾਣੀ ਨੂੰ ਸੁਣਦੇ ਹਾਂ ਕੰਨਾਂ ਦੇ ਨਾਲ, ਅਤੇ ਕਿੰਨਾ ਕੁ ਮਹਾਤਮ ਹੈ ਉਹ ਸਾਨੂੰ ਇਹ ਪੌੜੀ ਦੱਸਦੀ, ਇਸ ਪੌੜੀ ਦਾ ਇਤਿਹਾਸ ਦੱਸਦਾ ਹੈ। ਜਦੋਂ ਭਾਈ ਲਹਿਣੇ ਦਾ ਜੀਵਨ ਪੜ੍ਹਦੇ ਹਾਂ ਨਾ, ਗੁਰੂ ਅੰਗਦ ਸਾਹਿਬ ਪਹਿਲਾ ਭਾਈ ਲਹਿਣੇ ਦਾ ਜੀਵਨ ਮੈਂ ਕਹਾਂ, ਖਡੂਰ ਸਾਹਿਬ ਦੀ ਧਰਤੀ 'ਤੇ ਆ ਕੇ ਵਸ ਗਏ, ਮੱਤੇ ਦੀ ਸਰਾਂ ਤੋਂ ਚੱਲੇ ਅਤੇ ਖਡੂਰ ਸਾਹਿਬ ਆ ਕੇ ਟਿਕਾਣਾ ਕਰ ਲਿਆ। ਹੁਣ ਦੇਵੀ ਦੇ ਦਰਸ਼ਨਾਂ ਵੱਲ ਜਾਂਦੇ ਨੇ, ਮਾਤਾ ਵੱਲ। ਪਹਿਲਾਂ ਇਹਨਾਂ ਦੇ ਬਜ਼ੁਰਗ, ਇਹਨਾਂ ਦੇ ਬਾਪ ਜੱਥਾ ਲੈ ਕੇ ਜਾਂਦੇ ਸਨ ਵੈਸ਼ਨੋ ਦੇਵੀ ਦੇ ਵੱਲ। ਉਹਨਾਂ ਦੀ ਮੌਤ ਤੋਂ ਬਾਅਦ, ਚੜ੍ਹਾਈ ਕਰ ਜਾਣ ਤੋਂ ਬਾਅਦ, ਇਹ ਹੁਣ ਉਸ ਪਾਸੇ ਜਾ ਰਹੇ ਹਨ ਜੱਥੇ ਨੂੰ ਨਾਲ ਲੈ ਕੇ। ਪਰ ਮਨ ਦੇ ਅੰਦਰ ਇੱਕ ਭਾਵਨਾ ਹੈ, ਮਨ ਦੇ ਅੰਦਰ ਇੱਕ ਪ੍ਰੇਮ ਹੈ, ਉਸ ਪਰਮਾਤਮਾ ਨੂੰ ਮਿਲਣ ਦੀ ਤਾਂਘ ਹੈ ਮਨ ਦੇ ਅੰਦਰ, ਇੱਛਾ ਹੈ ਮਨ ਦੇ ਅੰਦਰ ਕਿ ਕਿਵੇਂ ਉਹ ਪਰਮਾਤਮਾ ਮਿਲੇਗਾ। ਕਹਿੰਦੇ ਦਿਨ ਲੰਘਦੇ ਗਏ, ਸਮਾਂ ਲੰਘਦਾ ਗਿਆ, ਹੱਟੀ ਕਰਦੇ ਸਨ, ਹੱਟੀ ਕਰਿਆਨੇ ਦੀ ਭਾਈ ਲਹਿਣਾ ਜੀ। ਦਿਨ ਲੰਘਦੇ ਗਏ, ਵੇਖੋ ਮਨ ਵਿੱਚ ਤਾਂਘ ਹੈ ਮਿਲਣ ਦੀ। ਵੈਸੇ ਵੀ ਖੈਰ ਪਹਿਲੇ ਸਮੇਂ ਦੇ ਅੰਦਰ ਨਾ ਅੱਜ ਵਰਗੇ ਹਾਲਾਤ ਨਹੀਂ ਸਨ। ਪਹਿਲੇ ਸਮੇਂ ਦੇ ਅੰਦਰ ਉੱਠਦੇ ਸਾਰੇ ਹੀ ਅੰਮ੍ਰਿਤ ਵੇਲੇ ਸਨ। ਬੱਚਿਆਂ ਨੂੰ ਛੱਡ ਕੇ ਨਾ ਉੱਠਣ ਦਾ ਸਮਾਂ ਹੀ ਉਹ ਸੀ। ਇਹ ਤਾਂ ਕਿਉਂਕਿ ਉਦੋਂ ਸੌਣ ਦਾ ਸਮਾਂ ਸਾਡਾ ਨੀਯਤ ਹੁੰਦਾ ਸੀ, ਇਸ ਗੱਲ ਨੂੰ ਸਮਝਿਓ। ਉਦੋਂ ਸਾਡੇ ਸੌਣ ਦਾ ਸਮਾਂ ਨੀਯਤ ਹੁੰਦਾ ਸੀ। ਜੇ ਸੌਣ ਦਾ ਸਮਾਂ ਨੀਯਤ ਹੈ ਤਾਂ ਉੱਠਣ ਦਾ ਵੀ ਨੀਯਤ ਹੋਏਗਾ।
ਅੱਜ ਕੀ ਹੋ ਗਿਆ, ਅੱਜ ਸੌਣ ਦਾ ਸਮਾਂ ਸਾਡਾ ਨੀਯਤ ਨਹੀਂ ਹੈ। ਪਤਾ ਨਹੀਂ ਕਿੰਨੇ ਵਜੇ ਸੌਣਾ ਹੈ। ਪਹਿਲੀ ਗੱਲ ਤਾਂ TV ਖਹਿੜਾ ਨਹੀਂ ਛੱਡਦਾ, ਜੇ TV ਨੇ ਖਹਿੜਾ ਛੱਡਤਾ ਫਿਰ ਮੋਬਾਈਲ ਖਹਿੜਾ ਨਹੀਂ ਛੱਡਦਾ। ਉਦੋਂ ਮੈਂ ਆਪਣੀ ਗੱਲ ਵੀ ਵਿੱਚ ਕਰ ਰਿਹਾ, ਇਹ ਨਾ ਸਮਝਿਓ ਕਿ ਮੈਂ ਤੁਹਾਡੇ 'ਤੇ ਕਟਾਕਸ਼ ਕਰ ਰਿਹਾ, ਲਾ ਕੇ ਗੱਲ ਕਰ ਰਿਹਾ, ਇਹ ਨਹੀਂ ਹੁੰਦੀ ਗੱਲ। ਮੋਬਾਈਲ TV ਨੇ ਖਹਿੜਾ ਛੱਡਿਆ, ਆਪਣੇ ਆਪਣੇ ਕਮਰਿਆਂ 'ਚ ਚਲੇ ਗਏ, ਹੁਣ ਮੋਬਾਈਲ ਚੰਬੜ ਗਿਆ। ਅਤੇ ਕਈ ਵਾਰ ਨਾ ਮੋਬਾਈਲ ਡਿੱਗਿਆ, ਜਦੋਂ ਡਿੱਗਦਾ ਹੈ ਨਾ ਥੱਲੇ ਪਾਸੇ ਹੱਥ 'ਚੋਂ, ਨੀਂਦ ਆਉਂਦੇ ਝੂਟੇ ਆਉਂਦੇ ਨੇ, ਸਭ ਨਾਲ ਹੁੰਦਾ ਹੈ। ਮੋਬਾਈਲ ਪਾਸੇ ਡਿੱਗਦਾ ਹੈ ਅਤੇ ਫਿਰ ਕਹਿੰਦੇ ਹੁਣ ਪੈ ਹੀ ਜਾਈਏ, ਹੁਣ ਸੌਂ ਹੀ ਜਾਈਏ, ਹੁਣ ਪਾਸੇ ਰੱਖੀਏ ਇਹਨੂੰ। ਪਹਿਲੇ ਸਮਿਆਂ ਵਿੱਚ ਇਹ ਕੁਛ ਹੁੰਦਾ ਸੀ ਪਹਿਲੇ ਸਮਿਆਂ ਵਿੱਚ, ਪਰ ਉਦੋਂ ਮਾਲਾ ਹੁੰਦੀ ਸੀ ਹੱਥ ਵਿੱਚ। ਨੀਂਦ ਦੇ ਝੂਟੇ ਆਉਣੇ ਅਤੇ ਮਾਲਾ ਮੰਜੇ 'ਤੇ ਡਿੱਗਦੀ ਹੁੰਦੀ ਸੀ, ਚੌਂਕੜੀ ਮਾਰ ਕੇ ਬੈਠੇ ਆ। ਅੱਜ ਮੋਬਾਈਲ ਡਿੱਗਦਾ ਹੈ। ਸਾਡੇ ਸੌਣ ਦਾ ਸਮਾਂ ਹੀ ਨੀਅਤ ਨਹੀਂ ਹੈ ਅਤੇ ਉੱਠਣ ਦਾ ਕਿਵੇਂ ਹੋਏਗਾ? ਫਿਰ ਅੰਮ੍ਰਿਤ ਵੇਲਾ ਕਿਵੇਂ ਸਾਂਭਿਆ ਜਾਏਗਾ? ਸਾਹਿਬ ਸੱਚੇ ਪਾਤਸ਼ਾਹ ਭਾਈ ਲਹਿਣੇ ਦੇ ਰੂਪ ਦੇ ਅੰਦਰ ਅੰਮ੍ਰਿਤ ਵੇਲੇ ਉੱਠਦੇ ਨੇ। ਟੋਭਾ ਹੈ ਬਾਹਰ, ਜਾਂ ਖੂਹ ਸਨ ਜਾਂ ਟੋਭੇ ਸਨ ਜਿਨ੍ਹਾਂ 'ਤੇ ਇਸ਼ਨਾਨ ਹੁੰਦਾ ਸੀ, ਟੋਭੇ 'ਤੇ ਜਾ ਕੇ ਇਸ਼ਨਾਨ ਕਰਦੇ ਨੇ। ਰੋਜ਼ਾਨਾ ਦੀ ਕਾਰ ਹੈ, ਰੋਜ਼ਾਨਾ ਦੀ। ਇੱਕ ਦਿਨ ਮੇਰੇ ਪਾਤਸ਼ਾਹ ਭਾਈ ਲਹਿਣੇ ਦੇ ਰੂਪ ਦੇ ਅੰਦਰ ਟੋਭੇ ਵੱਲ ਗਏ। ਅੱਜ ਕੰਨਾਂ ਦੇ ਅੰਦਰ ਆਵਾਜ਼ ਬੜੀ ਕਿਤੋਂ ਦੂਰੋਂ ਆ ਰਹੀ ਲੱਗਦੀ ਹੈ, ਬੜੀ ਮੱਧਮ ਜੀ ਆਵਾਜ਼ ਹੈ, ਕਿਉਂਕਿ ਅੰਮ੍ਰਿਤ ਵੇਲੇ ਵਰਗੀ ਸ਼ਾਂਤੀ ਕਿਤੇ ਨਹੀਂ ਮਿਲਦੀ। ਅੱਜ ਕਹਿੰਦੇ ਆਵਾਜ਼ ਆਈ ਅਤੇ ਆਵਾਜ਼ ਨਾ ਖਿੱਚ ਰਹੀ ਹੈ ਆਪਣੇ ਵੱਲ, ਆਪਣੇ ਪਾਸੇ। ਜਿਸ ਪਾਸਿਓਂ ਆਵਾਜ਼ ਆ ਰਹੀ ਹੈ ਭਾਈ ਲਹਿਣਾ ਜੀ ਉਸੇ ਪਾਸੇ ਨੂੰ ਚੱਲ ਪਏ। ਚੱਲਦੇ ਗਏ, ਜਿੱਧਰੋਂ ਆਵਾਜ਼ ਆ ਰਹੀ ਹੈ ਵੇਖਿਆ ਇਹ ਤਾਂ ਭਾਈ ਜੋਧ ਦਾ ਘਰ ਹੈ। ਦੇਖਿਆ ਭਾਈ ਲਹਿਣਾ, ਕਿਉਂਕਿ ਛੋਟਾ ਜਿਹਾ ਪਿੰਡ ਹੈ, ਸਭ ਇੱਕ ਦੂਜੇ ਨੂੰ ਜਾਣਦੇ ਨੇ। ਇਹ ਤਾਂ ਭਾਈ ਜੋਧ ਦਾ ਘਰ ਹੈ। ਦਰਵਾਜ਼ੇ ਨੂੰ ਹੱਥ ਲਾਇਆ, ਵੇਖਿਆ ਦਰਵਾਜ਼ਾ ਖੁੱਲ੍ਹਾ ਹੋਇਆ ਹੈ, ਖੜਕਾਉਣ ਦੀ ਲੋੜ ਨਹੀਂ, ਵੀ ਖੁੱਲ੍ਹਾ ਹੈ ਦਰਵਾਜ਼ਾ। ਉਹ ਦਰਵਾਜ਼ੇ ਨੂੰ ਧੱਕਾ ਥੋੜ੍ਹਾ ਜਿਹਾ ਦਿੱਤਾ, ਖੁੱਲ੍ਹ ਗਿਆ। ਅੰਦਰ ਗਏ ਅਤੇ ਭਾਈ ਜੋਧ ਜੀ ਚੌਂਕੜਾ ਮਾਰ ਕੇ ਬੈਠੇ ਨੇ ਅਤੇ ਕੰਠ ਜ਼ੁਬਾਨੀ ਆਸਾ ਜੀ ਦੀ ਵਾਰ ਬਾਣੀ ਦਾ ਪਾਠ ਕਰ ਰਹੇ ਨੇ, ਜਾਪ ਕਰ ਰਹੇ ਨੇ। ਅਤੇ ਜਦੋਂ ਭਾਈ ਲਹਿਣਾ ਜੀ ਪਹੁੰਚੇ ਉਦੋਂ ਆਹ ਵਾਲੀ ਪੌੜੀ ਚੱਲ ਰਹੀ ਸੀ, ਜਿਤ ਸੇਵਿਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ। ਇਹ 21ਵੀਂ ਪੌੜੀ, ਇਹ ਪੌੜੀ ਚੱਲ ਰਹੀ ਹੈ। ਭਾਈ ਲਹਿਣਾ ਜੀ ਸਾਹਮਣੇ ਚੌਂਕੜਾ ਮਾਰ ਕੇ ਬੈਠ ਗਏ, ਅੱਖਾਂ ਬੰਦ ਹੋ ਗਈਆਂ, ਚਿੱਤ ਜੁੜ ਗਿਆ ਬਾਣੀ ਦੇ ਨਾਲ। ਜਦੋਂ ਸੰਪੂਰਨਤਾ ਹੋਈ ਨਾ ਆਸਾ ਦੀ ਵਾਰ ਦੀ, ਸੰਪੂਰਨਤਾ ਤੋਂ ਬਾਅਦ ਭਾਈ ਜੋਧ ਨੇ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਦਾ ਸ਼ੁਕਰ ਕੀਤਾ। ਨੇਤਰ ਖੋਲ੍ਹੇ ਅਤੇ ਵੇਖਿਆ ਸਾਹਮਣੇ ਲਹਿਣਾ ਬੈਠਾ ਹੈ, ਅੱਖਾਂ ਬੰਦ ਨੇ ਲਹਿਣੇ ਦੀਆਂ। ਸਾਹਮਣੇ ਲਹਿਣਾ ਬੈਠਾ, ਮੋਢੇ ਤੋਂ ਫੜ ਕੇ ਹਿਲਾਇਆ, ਆਖਿਆ ਭਾਈ ਲਹਿਣਾ ਜੀ ਲਹਿਣਿਆ। ਭਾਈ ਲਹਿਣੇ ਦੇ ਨੇਤਰ ਖੁੱਲ੍ਹੇ। ਆਖਿਆ ਤੁਸੀਂ ਕਦੋਂ ਆਏ? ਅਤੇ ਭਾਈ ਲਹਿਣਾ ਜੀ ਨੇ ਆਖਿਆ ਜਦੋਂ ਆ ਮਿੱਠੇ ਬੋਲ ਬੋਲਦਾ ਸੀ ਨਾ, ਮੈਨੂੰ ਖਿੱਚ ਕੇ ਲਿਆਏ ਤੇਰੇ ਵਾਲੇ। ਮਿੱਠੇ ਬੋਲ, ਇਹ ਕੀ ਬੋਲ ਨੇ ਜਿਹੜੇ ਤੂੰ ਬੋਲਦਾ ਹੈ? ਇੰਨੇ ਮਿੱਠੇ, ਇੰਨੀ ਮਿਠਾਸ, ਮਨ ਚਿੱਤ ਇਕਾਗਰ ਹੋ ਗਿਆ, ਮਨ ਜੁੜ ਗਿਆ। ਮੈਨੂੰ ਆਪ ਨੂੰ ਪਤਾ ਨਹੀਂ ਮੈਂ ਕਿੱਥੇ ਬੈਠਾ ਹਾਂ, ਧਿਆਨ ਲੱਗ ਗਿਆ, ਜੁੜ ਗਿਆ ਧਿਆਨ। ਭਾਈ ਜੋਧ ਨੇ ਆਖਿਆ ਸੀ ਇਹ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਮੇਰੇ ਬਾਬੇ ਦੇ, ਗੁਰੂ ਨਾਨਕ ਦੇ ਬੋਲ ਹਨ। ਆਖਿਆ ਕੌਣ ਗੁਰੂ ਨਾਨਕ? ਕਿਹੜਾ ਗੁਰੂ ਨਾਨਕ? ਕਹਿੰਦੇ ਕਰਤਾਰਪੁਰ ਦਾ ਵਾਸੀ, ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਉਹਦਾ ਟਿਕਾਣਾ ਹੈ। ਇਹ ਉਹਦੇ ਬਚਨ ਨੇ, ਉਹਦੀ ਬਾਣੀ ਹੈ, ਉਹਦੇ ਬੋਲ ਹਨ। ਇਹ ਬਾਣੀ ਲਿਖ ਕੇ ਲੈ ਗਿਆ ਭਾਈ ਲਹਿਣਾ ਨਾਲ, ਹੁਣ ਇਹ ਬਾਣੀ ਪੜ੍ਹ ਰਿਹਾ ਹੈ। ਅਤੇ ਪਤਾ ਮਨ ਵਿੱਚ ਕੀ ਆ ਗਿਆ ਕਿ ਇਸ ਵਾਰ ਜਦੋਂ ਸੰਗ ਨਾਲ ਗਿਆ ਨਾ, ਇਸ ਵਾਰ ਅਤੇ ਕਰਤਾਰਪੁਰ ਰਸਤੇ ਵਿੱਚ ਆਉਂਦਾ ਹੈ, ਗੁਰੂ ਨਾਨਕ ਦੇ ਦਰਸ਼ਨ ਕਰਕੇ ਜਾਣੇ। ਇਸ ਵਾਰ ਗਿਆ ਸੰਗ ਨਾਲ, ਬਾਹਰ ਰੋਕਿਆ ਸੰਗ ਨੂੰ, ਘੋੜੀ 'ਤੇ ਚੜ੍ਹਿਆ ਲਹਿਣਾ, ਕਰਤਾਰਪੁਰ ਵੱਲ ਜਾ ਰਿਹਾ। ਬੜੀ ਵਾਰ ਤੁਸੀਂ ਇਹ ਇਤਿਹਾਸ ਸੁਣਿਆ ਅੱਗੇ ਵਾਲਾ, ਕਿ ਗੁਰੂ ਨਾਨਕ ਪਾਤਸ਼ਾਹ ਅੱਗੋਂ ਲੈਣ ਆਏ ਸਨ, ਘੋੜੀ ਫੜ ਕੇ, ਘੋੜੀ ਨੂੰ ਫੜ ਕੇ ਨਾਲ ਲੈ ਕੇ ਜਾ ਰਹੇ ਲਗਾਮਾਂ ਤੋਂ। ਜਦੋਂ ਪਤਾ ਚੱਲਿਆ ਸੀ, ਸਵਾਲ ਕੀਤਾ ਸੀ ਪਾਤਸ਼ਾਹ ਇਹ ਤੁਸੀਂ ਕੀ ਕੀਤਾ? ਅਤੇ ਗੁਰੂ ਬਾਬੇ ਨੇ ਆਖਿਆ ਸੀ ਲੈਣਦਾਰ ਘੋੜੀਆਂ 'ਤੇ ਹੀ ਚੜ੍ਹ ਕੇ ਆਉਂਦੇ ਹੁੰਦੇ ਨੇ। ਸਮਝੋ ਇਸ ਗੱਲ ਨੂੰ, ਲੈਣਦਾਰ ਘੋੜੀਆਂ 'ਤੇ ਹੀ ਚੜ੍ਹ ਕੇ ਆਉਂਦੇ ਨੇ। ਲੈਣਦਾਰ ਆ ਗਿਆ ਲੈਣੇ ਦੇ ਰੂਪ ਦੇ ਅੰਦਰ, ਅਤੇ ਉਸ ਲੈਣੇ ਦਾ ਜੀਵਨ
ਉਸ ਲਹਿਣੇ ਦੀ ਜ਼ਿੰਦਗੀ ਇਸੇ ਪੌੜੀ ਨੇ ਬਦਲ ਦਿੱਤੀ। ਬਾਣੀ ਨੂੰ ਸੁਣਿਆ ਤੇ ਬਾਣੀ ਦਾ ਰੂਪ ਹੋ ਗਿਆ। ਇਸ ਬਾਣੀ ਨੂੰ ਜਪਿਆ, ਬਾਣੀ ਨੂੰ ਸੇਵਿਆ, ਬਾਣੀ ਨੂੰ ਸਿਮਰਿਆ ਲਹਿਣੇ ਨੇ, ਤੇ ਸੱਚਾਈ ਹੈ ਇਸੇ ਬਾਣੀ ਦਾ ਹੀ ਰੂਪ ਉਹ ਲੈਣਾ ਹੋ ਗਿਆ। ਇਹ ਉਹ ਪੌੜੀ ਹੈ, ਜਿਤ ਸੇਵਿਆ ਸੁਖ ਪਾਈਐ। ਫਿਰ ਲੈਣਾ ਵਾਪਸ ਮੁੜ ਕੇ ਘਰ ਨਹੀਂ ਸੀ ਗਿਆ, ਲੈਣਾ ਮੁੜਿਆ ਨਹੀਂ ਸੀ ਵਾਪਸ। ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਉਹਨੇ ਆਪਣਾ ਟਿਕਾਣਾ ਕਰ ਲਿਆ ਸਦਾ ਦੇ ਵਾਸਤੇ। ਉਸ ਬਾਬੇ ਦੇ ਚਰਨਾਂ ਵਿੱਚ ਬੈਠ ਗਿਆ, ਤੇ ਬਾਬੇ ਦੇ ਚਰਨਾਂ ਵਿੱਚ ਜਿਹੜਾ ਬੈਠਾ ਹੈ ਨਾ, ਉਹ ਬਾਬੇ ਦਾ ਹੀ ਰੂਪ ਹੋ ਗਿਆ, ਉਹ ਬਾਬੇ ਦਾ ਹੀ ਰੂਪ ਹੋ ਗਿਆ। ਅਸੀਂ ਪਾਰਸ ਸ਼ਬਦ ਪੜ੍ਹਦੇ ਹਾਂ ਨਾ, ਪਾਰਸ ਕਹਿੰਦੇ ਪਾਰਸ ਜਿਹੜਾ ਹੈ ਨਾ, ਉਹ ਲੋਹੇ ਨੂੰ ਜਿੰਨੀਆਂ ਵੀ ਧਾਤਾਂ ਨੇ ਉਹਨੂੰ ਸੋਨਾ ਬਣਾਉਂਦਾ ਹੈ। ਪਾਰਸ ਦੇ ਨਾਲ ਜੇ ਲੋਹਾ ਛੂਹ ਗਿਆ ਤੇ ਉਹ ਸੋਨਾ ਬਣ ਜਾਂਦਾ ਹੈ ਕਹਿੰਦੇ। ਪਰ ਇੱਕ ਗੱਲ ਯਾਦ ਰੱਖਿਓ, ਪਾਰਸ ਦੇ ਅੰਦਰ ਜੇ ਇਹ ਗੁਣ ਹੈ ਤੇ ਪਾਰਸ ਦੇ ਅੰਦਰ ਇੱਕ ਔਗਣ ਵੀ ਹੈ। ਔਗਣ ਪਤਾ ਕਿਹੜਾ ਹੈ? ਪਾਰਸ ਲੋਹੇ ਨੂੰ ਸੋਨਾ ਤੇ ਬਣਾ ਸਕਦਾ ਹੈ, ਪਰ ਪਾਰਸ ਲੋਹੇ ਨੂੰ ਕਦੇ ਪਾਰਸ ਨਹੀਂ ਬਣਾ ਸਕਦਾ, ਨਹੀਂ ਨਾ ਬਣਾ ਸਕਦਾ। ਸੋਨਾ ਬਣਾ ਦੇਗਾ ਪਰ ਕਦੇ ਆਪਣੇ ਗੁਣ ਨਹੀਂ ਦੇਗਾ ਪਾਰਸ, ਕਿ ਹਾਂ ਮੈਂ ਤੈਨੂੰ ਪਾਰਸ ਬਣਾਉਣਾ, ਤੂੰ ਅੱਗੇ ਜਾ ਕੇ ਹੋਰ ਲੋਹੇ ਨੂੰ ਸੋਨਾ ਬਣਾ। ਉਹ ਆਪਣਾ ਗੁਣ ਨਹੀਂ ਦਿੰਦਾ ਕਿਸੇ ਨੂੰ। ਪਰ ਗੁਰੂ ਉਹ ਪਾਰਸ ਹੈ, ਗੁਰੂ ਉਹ ਪਾਰਸ ਹੈ। ਜੇ ਲੈਣਾ ਕੋਲ ਆਇਆ, ਆਪਣਾ ਅੰਗ ਕਰਕੇ ਅੰਗਦ ਬਣਾ ਦਿੱਤਾ। ਜੇ ਗੁਰੂ ਨਾਨਕ ਆਪ ਪਾਰਸ, ਤੇ ਉਹਨਾਂ ਲੈਣੇ ਨੂੰ ਸੋਨਾ ਨਹੀਂ ਬਣਾਇਆ, ਲੈਣੇ ਨੂੰ ਪਾਰਸ ਹੀ ਬਣਾ ਦਿੱਤਾ। ਉਹਨਾਂ ਨੇ ਆਪਣਾ ਰੂਪ ਹੀ ਕਰ ਦਿੱਤਾ, ਆਪਣੇ ਵਰਗਾ ਹੀ ਬਣਾ ਦਿੱਤਾ। ਆਪਣਾ ਰੂਪ, ਆਪਣੇ ਗੁਣ ਹੀ ਇਹ ਜੋਤ 오ਹਾ ਜੁਗਤ ਸਾਏ। ਆਹ ਗੱਲ ਜਿਹੜੀ ਉਹ ਭਰ ਦਿੱਤੀ ਅੰਦਰ। ਬਸ ਕਾਇਆ ਸਿਰਫ ਬਦਲੀ, ਤਨ ਬਦਲਿਆ, ਸਰੀਰ ਇਕੱਲਾ ਬਦਲਿਆ, ਬਾਕੀ ਸਭ ਕੁਝ ਉਹੀ ਸੀ। ਹੁਣ ਉਹ ਵੀ ਸਰੀਰ ਜਿਹੜਾ ਬਦਲਿਆ ਗਿਆ, ਜਿਹਦੇ ਅੰਦਰ ਬਾਬੇ ਦੀ ਜੋਤ ਟਿਕੀ, ਸਰੀਰ ਉਹ ਵੀ ਬਾਬੇ ਦਾ ਹੀ ਬਣ ਗਿਆ ਨਾ। ਫਿਰ ਉਹ ਸਰੀਰ ਕਿਸੇ ਹੋਰ ਦਾ ਥੋੜ੍ਹੀ ਸੀ। ਫਿਰ ਇਹ ਪਾਵਨ ਉਹੀ ਪੌੜੀ ਹੈ, ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸਮਾਧੀ। ਜਿਤ ਕੀਤਾ ਪਾਈਐ ਆਪਣਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਮੈਂ ਤਾਂ ਕਈ ਵਾਰ ਹੈਰਾਨ ਹੁੰਨਾ, ਭਾਈ ਲਹਿਣੇ ਨੇ ਇੱਕ ਸ਼ਬਦ ਸੁਣਿਆ ਤੇ ਜ਼ਿੰਦਗੀ ਬਦਲ ਗਈ। ਬਾਬੇ ਅਮਰਦਾਸ ਦਾ ਜੀਵਨ ਪੜ੍ਹੋਗੇ, ਇੱਕ ਸ਼ਬਦ ਸੁਣਿਆ ਸੀ ਆਪਣੀ ਨੂੰਹ ਕੋਲੋਂ, ਇੱਕ ਸ਼ਬਦ, ਇੱਕ ਸ਼ਬਦ ਉਹ ਵੀ ਗੁਰੂ ਨਾਨਕ ਸਾਹਿਬ ਦਾ ਸੀ। ਬਾਬੇ ਅਮਰਦਾਸ ਨੇ ਇੱਕ ਸ਼ਬਦ ਸੁਣਿਆ ਤੇ ਜ਼ਿੰਦਗੀ ਬਦਲ ਗਈ। ਉਹ ਭਾਈ ਲਹਿਣਾ ਗੁਰੂ ਵੰਗਤ ਬਣ ਗਿਆ। ਬਾਬਾ ਅਮਰਦਾਸ ਇੱਕ ਸ਼ਬਦ ਨੂੰ ਸੁਣ ਕੇ ਜੀਵਨ ਬਦਲ ਗਿਆ, ਤੇ ਉਹ ਗੁਰੂ ਅਮਰਦਾਸ ਬਣ ਗਿਆ। ਉਸੇ ਸ਼ਬਦ ਦਾ ਰੂਪ ਬਣ ਗਿਆ, ਉਸੇ ਬਾਣੀ ਦਾ ਰੂਪ ਬਣ ਗਿਆ। ਤੇ ਗੁਰੂ ਸਾਹਿਬ ਨੇ ਆਖਿਆ, ਇਹ ਬਾਣੀ ਜੋ ਜੀਉ ਜਾਣੈ, ਜਿਨੇ ਇਸ ਬਾਣੀ ਨੂੰ ਜੀਵਨ ਆਪਣਾ ਬਣਾ ਲਿਆ, ਜਿਨੇ ਇਸ ਬਾਣੀ ਨੂੰ ਜੀਵਿਆ ਹੈ। ਜੀਵਿਆ ਸਮਝਦੇ ਹਾਂ ਨਾ, ਅਸੀਂ ਬਾਣੀ ਪੜ੍ਹਦੇ ਹਾਂ, ਅਸੀਂ ਬਾਣੀ ਨੂੰ ਜਿਉਂਦੇ ਨਹੀਂ ਹਾਂ। ਜਿਨੇ ਇਸ ਬਾਣੀ ਨੂੰ ਜੀਵਿਆ, ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰ ਨਾਮਾ। ਸੱਚਾਈ ਹੈ, ਜਿਹਨੇ ਬਾਣੀ ਨੂੰ ਜੀਵਿਆ, ਉਹ ਫਿਰ ਬਾਣੀ ਹੀ ਦਾ ਰੂਪ ਹੀ ਬਣ ਗਿਆ, ਉਹ ਬਾਣੀ ਹੀ ਬਣ ਗਿਆ। ਅੱਜ ਮੇਰੇ ਪਾਤਸ਼ਾਹ ਨੇ ਜਿਹੜੇ ਬਚਨ ਕਹੇ ਨੇ ਨਾ, ਇਹ ਇਸ ਵਾਰ ਦੀ 21ਵੀਂ ਪੌੜੀ ਹੈ। ਕੁੱਲ 24 ਪੌੜੀਆਂ ਹਨ। ਅੱਜ 21ਵੀਂ ਪੌੜੀ ਦੀ ਸੰਪੂਰਨਤਾ ਹੋ ਜਾਏਗੀ। ਮੇਰੇ ਪਾਤਸ਼ਾਹ ਨੇ ਆਖਿਆ, ਜਿਤ ਸੇਵਿਆ ਸੁਖ ਪਾਈਐ। ਜਿਤ, ਜਿਸ ਪਰਮਾਤਮਾ ਨੂੰ, ਵਾਹਿਗੁਰੂ ਨੂੰ ਸੇਵਨ ਦੇ ਨਾਲ, ਸਿਮਰਨ ਦੇ ਨਾਲ ਸੁਖ ਮਿਲਦਾ ਹੈ ਨਾ, ਕਹਿੰਦੇ ਸੋ ਸਾਹਿਬ, ਉਹ ਸਾਹਿਬ ਜਿਹੜਾ ਹੈ ਨਾ, ਉਹ ਵਾਹਿਗੁਰੂ, ਉਹ ਪਰਮਾਤਮਾ ਸਦਾ ਸਮਾਲੀ ਹੈ। ਉਹਨੂੰ ਸਦਾ ਆਪਣੇ ਚਿੱਤ ਦੇ ਅੰਦਰ ਰੱਖ, ਚੇਤੇ ਦੇ ਅੰਦਰ ਰੱਖ ਉਹਨੂੰ। ਫਿਰ ਕਹਿੰਦੇ, ਜਿਤ ਕੀਤਾ ਪਾਈਐ ਆਪਣਾ। ਕੀਤਾ ਕਰਨਾ, ਪਾਈਐ ਪਾਉਣਾ। ਕਹਿੰਦੇ ਜਿਹੜਾ ਤੂੰ ਕਰਦਾ ਏ, ਜਿਤ ਕੀਤਾ ਪਾਈਐ ਆਪਣਾ, ਜੋ ਤੂੰ ਕਰਦਾ ਏ, ਜੇ ਉਹ ਆਪਣੇ ਆਪ ਨੂੰ ਹੀ ਭੋਗਣਾ ਪੈਣਾ ਹੈ, ਸਾ ਘਾਲ ਬੁਰੀ ਕਿਉਂ ਘਾਲੀਏ। ਫਿਰ ਉਹ ਬੁਰਾ ਕੰਮ ਕਰਦਾ ਕਿਉਂ ਹੈ? ਘਾਲ ਕਮਾਈ ਸ਼ਬਦ ਹੈ ਵੈਸੇ। ਫਿਰ ਉਹ ਘਾਲ, ਉਹ ਕਿਰਤ, ਉਹ ਕੰਮ ਬੁਰਾ ਕਰਦਾ ਹੀ ਕਿਉਂ ਏ? ਜਿਸ ਕੰਮ ਨੂੰ ਕਰਨ ਤੋਂ ਬਾਅਦ ਇਹ ਸਮਝੇ ਕਿ ਉਹ ਕੀਤਾ ਪਾਈਏ ਆਪਣਾ, ਮੈਨੂੰ ਆਪ ਨੂੰ ਹੀ ਭੋਗਣਾ ਪੈਣਾ ਹੈ। ਤੇ ਜਿਹੜਾ ਮੰਦੇ ਕੰਮ ਦਾ ਪਤਾ ਹੈ ਉਹਦਾ ਰਿਜ਼ਲਟ ਮੈਨੂੰ ਹੀ ਮਿਲਣਾ ਹੈ, ਉਹਦਾ ਨਤੀਜਾ ਮੈਨੂੰ ਹੀ ਮਿਲਣਾ, ਫਿਰ ਉਹ ਕੰਮ ਗੁਰੂ ਸਾਹਿਬ ਨੇ ਆਖਿਆ ਕਰਦਾ ਕਿਉਂ ਪਿਆ? ਉਹ ਕੰਮ ਹੀ ਛੱਡ ਦੇ। ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ
ਕਿਉਂ ਘਾਲੀ ਹੈ, ਕਿਉਂ ਘਾਲ ਰਿਹਾ, ਕਿਉਂ ਕਰ ਰਿਹਾ ਉਹ ਕੰਮ। ਕਹਿੰਦੇ ਮੰਦਾ ਮੂਲ ਨਾ ਕੀਚਈ। ਮੰਦਾ ਮੂਲ ਮੁੱਢ ਤੋਂ ਵੀ ਨਹੀਂ, ਜਰਾ ਵੀ ਨਹੀਂ, ਰੱਤੀ ਭਰ ਵੀ ਨਹੀਂ। ਨਾ ਕਿਸੇ ਦਾ ਮੰਦਾ ਕਰ ਅਤੇ ਨਾ ਕਿਸੇ ਨੂੰ ਮੰਦਾ ਬੋਲ, ਕੁਛ ਵੀ ਨਹੀਂ। ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਦਰ ਨਿਹਾਲੀਆ। ਲੰਮੀ ਨਦਰ ਨਿਹਾਲੀਆ ਦਾ ਭਾਵ ਹੈ, ਗੁਰੂ ਸਾਹਿਬ ਨੇ ਆਖਿਆ ਲੰਮੀ ਸੋਚ ਸੋਚ, ਲੰਮੀ ਦੂਰ ਤੱਕ। ਅਸੀਂ ਕਹਿੰਦੇ ਨਾ ਦੂਰ ਦੀ ਸੋਚਿਆ ਕਰ, ਕਹਿੰਦੇ ਦੂਰ ਦੀ ਸੋਚ ਸੋਚ ਆਉਣ ਵਾਲੇ ਸਮੇਂ ਦੀ, ਕਿ ਜੇ ਮੇਰਾ ਕੀਤਾ ਮੈਂ ਹੀ ਪਾਉਣਾ ਏ, ਜੇ ਮੈਂ ਕਿਸੇ ਨੂੰ ਮੰਦਾ ਬੋਲਣਾ ਜਾਂ ਮੰਦਾ ਕਰਮ ਕਰਨਾ ਉਹਦਾ ਅਸਰ ਮੇਰੇ 'ਤੇ ਹੀ ਹੋਣਾ ਹੈ। ਦੂਰ ਦੀ ਸੋਚ, ਅਤੇ ਇਹ ਕੰਮ ਕਰ ਹੀ ਨਾ ਆਪਣੇ ਜੀਵਨ ਦੇ ਅੰਦਰ, ਇਹਨੂੰ ਛੱਡ ਹੀ ਦੇ, ਤਿਆਗ ਦੇ, ਬਾਹਰ ਕੱਢ ਦੇ। ਪਾਤਸ਼ਾਹ ਨੇ ਆਖਿਆ ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਦਰ ਨਿਹਾਲੀਆ। ਜਿਉਂ ਸਾਹਿਬ ਨਾਲ ਨਾ ਹਾਰੀਐ, ਤੇ ਵੇਹਾ ਪਾਸਾ ਢਾਲੀਐ। ਜਿਉਂ ਜਿਵੇਂ ਸਾਹਿਬ ਪਰਮਾਤਮਾ, ਜਿਉਂ ਸਾਹਿਬ ਨਾਲ ਨਾ ਹਾਰੀਐ। ਜੇ ਉਹ ਕੰਮ ਜਿਹਦੇ ਨਾਲ ਪਰਮਾਤਮਾ ਤੋਂ ਹਾਰ ਜਾਵੇ, ਜਾਂ ਉਹ ਕੰਮ ਉਹ ਕਰਮ ਜਿਹੜਾ ਪਰਮਾਤਮਾ ਤੋਂ ਦੂਰ ਕਰਦਾ ਏ, ਪਰਮਾਤਮਾ ਤੋਂ ਸਾਨੂੰ ਪਾਸੇ ਕਰਦਾ ਏ, ਵੱਖ ਕਰਦਾ ਏ, ਅਤੇ ਪਾਤਸ਼ਾਹ ਨੇ ਆਖਿਆ ਉਹ ਪਾਸਾ ਹੀ ਛੱਡ ਦੇ, ਤੇ ਵੇਹਾ ਪਾਸਾ ਢਾਲੀ। ਉਹ ਪਾਸਾ ਹੀ ਛੱਡ ਦੇ, ਜਿਹੜਾ ਪਾਸਾ ਪਰਮਾਤਮਾ ਤੋਂ। ਪਾਸੇ ਦਾ ਭਾਵ ਪਤਾ ਕੀ ਹੈ? ਪੰਜਾਬੀ ਵਿੱਚ ਅਸੀਂ ਅੱਜ ਵੀ ਪਿੰਡਾਂ ਵਿੱਚ ਕਹਿੰਦੇ ਹਾਂ, ਇਹ ਗਲਤ ਪਾਸੇ ਲੱਗ ਗਿਆ। ਪਾਸੇ ਦਾ ਭਾਵ ਸਮਝ ਗਏ ਨਾ ਹੁਣ ਕੀ ਹੈ? ਇਹ ਚੰਗੇ ਪਾਸੇ ਜਾਂਦਾ ਹੈ। ਹੁਣ ਇਹ ਅੱਜ ਵੀ ਅਸੀਂ ਸ਼ਬਦ ਬੋਲਦੇ ਹਾਂ, ਇਹ ਗਲਤ ਪਾਸੇ ਜਾਂਦਾ ਹੈ। ਮੁੰਡਾ ਸਾਡਾ ਨਾ ਗਲਤ ਪਾਸੇ ਜਾਣ ਲੱਗ ਪਿਆ, ਮੁੰਡਾ ਸਾਡਾ ਹੁਣ ਗੁਰਦੁਆਰੇ ਜਾਂਦਾ, ਬੜੇ ਚੰਗੇ ਪਾਸੇ ਜਾਣ ਲੱਗ ਪਿਆ। ਕਹਿੰਦੇ ਉਹ ਪਾਸਾ ਜਿਹੜਾ ਹੈ, ਜਿਹੜਾ ਤੈਨੂੰ ਰੱਬ ਤੋਂ ਦੂਰ ਕਰਦਾ, ਉਹ ਪਾਸਾ ਹੀ ਬਾਹਰ ਕੱਢ ਦੇ, ਉਹਦੇ ਤੋਂ ਬਾਹਰ ਨਿਕਲ ਜਾ। ਤੇ ਵੇਹਾ ਪਾਸਾ ਢਾਲੇ। ਸੱਚਾਈ ਹੈ ਕਿ ਜਿਹੜਾ ਰੱਬ ਤੋਂ ਦੂਰ ਕਰ ਰਿਹਾ, ਉਹਦੇ ਤੋਂ ਆਪਣੇ ਆਪ ਹੀ ਦੂਰ ਹੋ ਜਾ। ਉਹਨੂੰ ਆਪਣੀ ਜ਼ਿੰਦਗੀ ਵਿੱਚੋਂ ਪਾਸੇ ਕਰ ਦੇ, ਇੱਕ ਪਾਸੇ ਕੱਢ ਦੇ ਬਾਹਰ। ਕਿਛ ਲਾਹੇ ਉੱਪਰ ਘਾਲੀਐ, ਅਤੇ ਫਿਰ ਉਹ ਘਾਲ ਘਰ ਪਾਤਸ਼ਾਹ ਨੇ ਆਖਿਆ ਜਿਹਦੇ ਨਾਲ ਲਾਹਾ ਮਿਲਦਾ ਹੈ। ਵੈਸੇ ਵੀ ਅਸੀਂ ਜ਼ਿੰਦਗੀ ਦੇ ਅੰਦਰ ਉਹ ਕੰਮ ਕਰਦੇ ਹਾਂ ਜਿਹਦੇ ਨਾਲ ਸਾਨੂੰ ਲਾਭ ਮਿਲਦਾ ਹੈ। ਕਾਰੋਬਾਰ ਹੋਵੇ, ਕੁਛ ਹੋਵੇ, ਜਿਸ ਕੰਮ ਵਿੱਚੋਂ ਲਾਭ ਨਹੀਂ ਨਾ ਮਿਲਦਾ, ਅਸੀਂ ਉਹ ਕੰਮ ਵੀ ਨਹੀਂ ਕਰਦੇ, ਅਸੀਂ ਉਹ ਬਿਜ਼ਨਸ ਨਹੀਂ ਕਰਦੇ, ਉਹ ਕਿਰਤ ਨਹੀਂ ਕਰਦੇ, ਉਹ ਕੰਮ, ਉਹ ਧੰਦਾ ਨਹੀਂ ਕਰਦੇ। ਕੋਈ ਨਵਾਂ ਕੰਮ ਖੋਲ੍ਹਣਾ ਹੋਵੇ ਨਾ, 100 ਬੰਦਿਆਂ ਦੀ ਸਲਾਹ ਲੈਂਦੇ ਹਾਂ ਅਸੀਂ, ਆਹ ਕਰ ਲਵਾਂਗੇ ਤਾਂ ਕਿਵੇਂ ਆ ਕੀਤਾ ਜਾਏ, ਠੀਕ ਹੈ, ਕਿਤੇ ਘਾਟਾ ਤਾਂ ਨਹੀਂ ਪੈ ਜਾਂਦਾ ਇਹਦੇ ਅੰਦਰ, ਕਿਤੇ ਇਹ ਨਾ ਹੋਵੇ ਨੁਕਸਾਨ ਹੋ ਜਾਵੇ। ਕੰਮ ਖੋਲ੍ਹਣ ਲੱਗਿਆਂ 100 ਲੋਕਾਂ ਦੀ ਸਲਾਹ ਹੈ ਕੰਮ ਖੋਲ੍ਹਣ ਲੱਗਿਆ, ਪਰ ਪਰਮਾਤਮਾ ਵਾਲੇ ਪਾਸੇ ਅਸੀਂ ਕਦੇ ਸੋਚਦੇ ਹੀ ਨਹੀਂ ਘਾਟਾ ਕਿੰਨਾ ਕੁ ਪੈ ਗਿਆ ਸਾਨੂੰ। ਰੱਬ ਵਾਲੇ ਪਾਸੇ ਨਹੀਂ ਅਸੀਂ ਕਦੇ ਸੋਚਦੇ। ਪੈਸੇ ਵਾਲੇ ਪਾਸੇ ਸੋਚ ਰਹੇ ਹਾਂ ਘਾਟਾ ਨਾ ਪੈ ਜਾਏ, ਅਤੇ ਜ਼ਿੰਦਗੀ ਵਾਲੇ ਪਾਸੇ ਕਦੇ ਸੋਚੇ ਨਹੀਂ, ਘਾਟਾ ਆਲਰੇਡੀ ਪੈ ਹੀ ਚੁੱਕਿਆ ਸਾਨੂੰ, ਪੈ ਨਹੀਂ ਜਾਵੇ, ਪੈ ਚੁੱਕਿਆ ਹੈ। ਪਾਤਸ਼ਾਹ ਕਹਿੰਦੇ ਕਿਛ ਲਾਹੇ ਉੱਪਰ ਘਾਲੀਐ। ਫਿਰ ਯਤਨ ਕਰ ਜਿਹਦੇ ਨਾਲ ਲਾਭ ਤੈਨੂੰ ਮਿਲੇ। ਲਾਭ ਇਹ ਜ਼ਿੰਦਗੀ ਦਾ ਲਾਭ, ਲਾਭ ਇਸ ਜਨਮ ਦਾ ਲਾਭ। ਲਾਭ ਕਿਹੜਾ? ਪਰਮਾਤਮਾ ਨੂੰ ਮਿਲਣ ਦਾ ਲਾਭ। ਵੀ ਉਸ ਪਾਸੇ ਚੱਲ ਸਕੇ ਜਿਸ ਪਾਸੇ ਪਰਮਾਤਮਾ ਮਿਲਦਾ ਹੈ, ਉਸ ਪਾਸੇ ਚੱਲ ਸਕੇ। ਵੇਖੋ, ਜਿਹਨੂੰ ਸੇਵਨ ਦੇ ਨਾਲ, ਜਿਹਦੀ ਬੰਦਗੀ ਨਾਲ ਸੁੱਖ ਮਿਲਦੇ ਨੇ ਨਾ, ਅਧਿਆਤਮਿਕ ਵੀ ਸੰਸਾਰਿਕ ਵੀ, ਅਤੇ ਪਾਤਸ਼ਾਹ ਨੇ ਆਖਿਆ ਫਿਰ ਜੁੜ ਜਾ ਉਸ ਪਰਮਾਤਮਾ ਦੇ ਨਾਲ। ਅਤੇ ਗੁਰੂ ਅੰਗਦ ਪਾਤਸ਼ਾਹ ਭਾਈ ਲਹਿਣੇ ਦੇ ਰੂਪ ਦੇ ਅੰਦਰ ਇਸੇ ਪੌੜੀ ਨੂੰ ਸੁਣ ਕੇ ਉਹਨਾਂ ਦਾ ਜੀਵਨ ਜਿਹੜਾ ਸੀ ਉਹ ਬਦਲ ਗਿਆ ਸੀ, ਤਬਦੀਲ ਹੋ ਗਿਆ ਸੀ। ਇਸੇ ਪੌੜੀ ਨੂੰ ਸੁਣ ਕੇ ਭਾਈ ਲਹਿਣਾ ਗੁਰੂ ਅੰਗਦ ਪਾਤਸ਼ਾਹ ਬਣ ਗਏ ਸਨ। ਅੱਜ ਇਹ 21ਵੀਂ ਪੌੜੀ ਦੀ ਸੰਪੂਰਨਤਾ ਹੈ। 3 ਪੌੜੀਆਂ ਹੋਰ ਹਨ। ਸਤਿਗੁਰੂ ਰਹਿਮਤ ਕਰਨ, ਜਿਵੇਂ ਪਾਤਸ਼ਾਹ ਜੀ ਦੀ ਰਜ਼ਾ, ਉਸੇ ਤਰ੍ਹਾਂ ਅੱਗੇ ਵਿਚਾਰ ਕਰਦੇ ਰਹਾਂਗੇ। ਸੋ ਅੱਜ ਪਾਵਨ ਗੁਰਸ਼ਬਦ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਤਿਗੁਰੂ ਸੱਚੇ ਪਾਤਸ਼ਾਹ ਤੇ ਆਪ ਸਰਬੱਤ ਸੰਗਤ ਬਖਸ਼ਣਹਾਰ ਹੋ ਜੀ। ਕਰੋ ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।